ਉਸ ਤੋਂ ਬਾਅਦ ਬਾਦਲ ਵੀ ਪਹੁੰਚ ਗਿਆ ਤੇ ਇਹਦੀ ਪਾਰਟੀ ਸਮੇਤ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਅਤੇ ਹੋਰ ਜਿਹੜੇ ਇਹਨਾਂ ਦੇ ਮੋਹਰੀ ਬੰਦੇ ਸੀ, ਉਹ ਮਨਜੀਤ ਸਿੰਘ ਦੇ ਨਾਲ ਅਕਾਲ ਤਖਤ ਦਫ਼ਤਰ ਦੇ ਵਿੱਚ ਖੁਦ ਸੁਖਦੇਵ ਸਿੰਘ ਢੀਂਡਸੇ ਨੇ ਅਪਮਾਨਜਨਕ ਸ਼ਬਦ ਅਕਾਲ ਤਖਤ ਦੇ ਜਥੇਦਾਰ ਦੇ ਵਿਰੁੱਧ ਬੋਲੇ, ਭੂੰਦੜ ਵਰਗਿਆਂ ਨੇ ਬੋਲੇ ਤੇ ਹੋਰਨਾਂ ਨੇ ਅਪਮਾਨਜਨਕ ਸ਼ਬਦ ਬੋਲੇ। ਤੇ ਜਦੋਂ ਜਥੇਦਾਰ ਨੇ ਸਖਤੀ ਦੇ ਨਾਲ ਇਹ ਕਿਹਾ ਕਿ ਮੈਂ ਫਿਰ ਤੁਹਾਨੂੰ ਹੁਕਮਨਾਮਾ ਜਾਰੀ ਕਰ ਦਿਆਂਗਾ ਕਿ ਤੁਸੀਂ ਪੰਥ ਦੇ ਵਿੱਚ ਫੁੱਟ ਪਾ ਰਹੇ ਹੋ ਤੇ ਅਕਾਲ ਤਖਤ ਦਾ ਹੁਕਮ ਨਹੀਂ ਮੰਨ ਰਹੇ ਤੇ ਪੰਥ ਚੋਂ ਛੇਕਣ ਦਾ ਮੈਂ ਹੁਕਮਨਾਮਾ ਜਾਰੀ ਕਰਾਂਗਾ, ਤਾਂ ਇਹਦੇ ਬੰਦਿਆਂ ਨੇ, ਬਾਦਲ ਦੇ ਬੰਦਿਆਂ ਨੇ ਤੁਰੰਤ ਉਹਨੂੰ ਗਾਲੀ ਗਲੋਚ ਕੀਤੀ, ਮੰਦੇ ਭੱਦੇ ਸ਼ਬਦ ਵਰਤੇ, ਅਸ਼ਲੀਲ ਗਾਲਾਂ ਕੱਢੀਆਂ ਗਈਆਂ ਤੇ ਧੱਕੇ ਮਾਰੇ ਗਏ। ਤੇ ਜਦੋਂ ਦੇਖਿਆ ਮਨਜੀਤ ਸਿੰਘ ਨੇ ਕਿ ਮੇਰੀ ਜਾਨ ਨੂੰ ਖਤਰਾ ਹੈ, ਉਹ ਭੱਜ ਕੇ ਜਾ ਕੇ ਬਾਥਰੂਮ ਦੇ ਵਿੱਚ ਲੁਕ ਗਿਆ, ਅੰਦਰੋਂ ਕੁੰਡੀ ਲਾ ਲਈ ਤੇ ਉਹਦੀ ਪੱਗ ਲੱਥ ਗਈ, ਉਹਦੇ ਗਲਾਵਾਂ ਦੇ ਬਟਨ ਟੁੱਟ ਗਏ ਤੇ ਪੁਲਿਸ ਵਾਲੇ ਆ ਗਏ ਤੇ ਉਹ ਬਾਥਰੂਮ ਦੇ ਅੱਗੇ ਖਲੋ ਕੇ ਉਹਦੀ ਸੁਰੱਖਿਆ ਕੀਤੀ। ਇਹ ਇੱਕ ਮੇਰੇ ਸਾਹਮਣੇ ਸਭ ਤੋਂ ਕਮੀਣਾ, ਸਭ ਤੋਂ ਭੱਦਾ ਕੰਮ ਇਹਨਾਂ ਲੋਕਾਂ ਨੇ ਕੀਤਾ ਸੀ, ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਇਹ ਸਾਰਾ ਕੰਮ। ਮਨਜੀਤ ਸਿੰਘ ਨੇ ਬਿਲਕੁਲ ਲੇਲੇ ਵਾਂਗੂ ਮਮਿਆ ਕੇ ਇਹ ਸ਼ਬਦ ਬੋਲੇ, ਹੁਣ ਤੇ ਸੱਚੇ ਪਾਤਸ਼ਾਹ ਆਪ ਹੀ ਫੈਸਲਾ ਕਰੇਗਾ, ਪਾਪੀਆਂ ਨੂੰ ਗੁਰੂ ਮਹਾਰਾਜ ਆਪ ਹੀ ਸਜ਼ਾ ਦੇਣਗੇ, ਇਹ ਨਿਮਾਣਾ ਸੇਵਕ ਹੁਣ ਕੋਈ ਕਾਰਵਾਈ ਨਹੀਂ ਕਰੇਗਾ, ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹੀ ਸਾਰਾ ਕੁਝ ਛੱਡ ਰਿਹਾ ਤੇ ਉਹ ਆਪ ਹੀ ਪਾਪੀਆਂ ਨੂੰ ਸਜ਼ਾ ਦੇਵੇਗਾ। ਕਹਿੰਦਾ ਫਿਰ ਜਥੇਦਾਰ ਜੀ ਨੇ ਬਾਦਲ ਨੂੰ ਪੂਰੀ ਤਰ੍ਹਾਂ ਮਾਫ ਕਰ ਦਿੱਤਾ ਤੇ ਅਸੀਂ ਮਹਿਸੂਸ ਕਰ ਲਿਆ ਕਿ ਸੱਚੇ ਪਾਤਸ਼ਾਹ ਸਾਡੇ ਨਾਲ ਹੀ ਹੈ, ਇਹੋ ਜਿਹੇ ਸਨ ਬਾਦਲ ਜੀ, ਆਖੋ ਸਤਨਾਮ। ਸੱਚੀ ਡੁੱਬ ਮਰਨ ਵਾਲੀ ਗੱਲ ਹੈ ਕਿ ਇਹਨਾਂ ਲੋਕਾਂ ਨੂੰ ਰਾਈ ਮਾਤਰ ਵੀ ਸ਼ੰਗ ਸ਼ਰਮ ਨਹੀਂ ਹੈ, ਝੂਠ ਬੋਲਣ ਲੱਗੇ। ਮੈਂ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਦਾ ਇੱਕ ਲੈਕਚਰ ਸੁਣਿਆ, ਵਿਚਾਰ ਚਰਚਾ ਸੁਣੀ, ਕਿਸੇ ਪੱਤਰਕਾਰ ਦੇ ਨਾਲ ਉਹ ਸਵਾਲ ਜਵਾਬ ਕਰ ਰਿਹਾ ਸੀ ਤੇ ਹੈਰਾਨੀ ਹੋਈ ਕਿ ਇੰਨੇ ਕੁਫਰ ਵੀ ਤੋਲ ਸਕਦੇ ਨੇ ਇਹ ਲੋਕ, ਇੰਨੇ ਸ਼ਰੇਆਮ ਝੂਠ ਵੀ ਬੋਲ ਸਕਦੇ ਨੇ, ਜਮਾ ਹੀ ਸੰਗ ਸ਼ਰਮ ਲਾ ਕੇ, ਕਿਰਪਾਨਾਂ ਪਾ ਕੇ, ਦਸਤਾਰਾਂ ਸਜਾ ਕੇ, ਦਾੜੀਆਂ ਰੱਖ ਕੇ, ਅੰਮ੍ਰਿਤ ਛਕ ਕੇ, ਅਕਾਲੀ ਦਲ ਦੇ ਨੁਮਾਇੰਦੇ ਬਣ ਕੇ ਏਡੇ ਏਡੇ ਕੁਫਰ ਵੀ ਤੋਲ ਸਕਦੇ ਨੇ। ਸੱਚੀ ਯਕੀਨ ਨਹੀਂ ਸੀ ਹੁੰਦਾ ਪਹਿਲਾਂ, ਪਰ ਹੁਣ ਦਿਨ ਪਰ ਦਿਨ ਸਭ ਕੁਝ ਇਹਨਾਂ ਦਾ ਨੰਗਾ ਹੋ ਗਿਆ। ਸੁਖਦੇਵ ਸਿੰਘ ਢੀਂਡਸਾ, ਪਹਿਲਾਂ ਤਾਂ ਇਹ ਦੇਖ ਲਓ ਕਿ ਲੰਮੇ ਸਮੇਂ ਤੱਕ ਬਾਦਲ ਦੇ ਨਾਲ ਨੀਵੀਂ ਪਾ ਕੇ ਸਮਾਂ ਕੱਟਦਾ ਰਿਹਾ, ਸਮਾਂ ਗੁਜ਼ਾਰਦਾ ਰਿਹਾ, ਪਰ ਜਦੋਂ ਬਾਦਲ ਪਾਰਟੀ ਪੂਰੀ ਤਰ੍ਹਾਂ ਪੰਜਾਬ ਦੇ ਵਿੱਚੋਂ ਚੋਣਾਂ 'ਚੋਂ ਹਾਰ ਗਈ ਤੇ ਫਿਰ ਉਹ ਬਾਦਲ ਨਾਲੋਂ ਵੱਖਰਾ ਹੋਣ ਦਾ ਉਹਨੇ ਢੌਂਗ ਕੀਤਾ। ਪਰ ਉਹ ਹਾਲੇ ਢੌਂਗ ਥੋੜ੍ਹਾ ਸਮਾਂ ਹੋਇਆ ਸੀ ਕੀਤੇ ਨੂੰ ਕਿ ਭਾਜਪਾ ਦੇ ਪੈਰਾਂ 'ਚ ਲੰਮਾ ਪੈ ਗਿਆ ਤੇ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸੁਖਦੇਵ ਸਿੰਘ ਢੀਂਡਸਾ। ਇਹ ਹੈ ਇਹਨਾਂ ਲੋਕਾਂ ਦੀ ਜ਼ਮੀਰ। ਪਹਿਲਾਂ ਤਾਂ ਜ਼ਮੀਰ ਮਾਰ ਕੇ ਬਾਦਲ ਦੇ ਨਾਲ ਦਿਨਕਟੀ ਕਰਦਾ ਰਿਹਾ, ਪੈਸਾ ਕਮਾਉਂਦਾ ਰਿਹਾ ਤੇ ਵਜ਼ੀਰੀਆਂ ਮਾਣਦਾ ਰਿਹਾ, ਤੇ ਜਦੋਂ ਬਾਦਲ ਦੇ ਨਾਲ ਨਾ ਬਣੀ, ਕੋਈ ਕੜਕਮਾ ਖੜਕਮਾ ਉਹਦੇ ਕੁਕਰਮਾਂ ਨੂੰ ਨੰਗੇ ਕਰਨ ਵਾਲਾ ਕਦੀ ਕੋਈ ਬਿਆਨ ਨਹੀਂ ਦਿੱਤਾ ਤੇ ਚੁੱਪਚਾਪ ਭਾਜਪਾ ਦੇ ਪੈਰਾਂ 'ਚ ਜਾ ਕੇ ਲੰਮਾ ਪੈ ਗਿਆ। ਹੁਣ ਇਹ ਸਾਰਾ ਕੁਝ ਮੋਟੇ ਤੌਰ 'ਤੇ ਦੱਸਣ ਦਾ ਕਾਰਨ ਮੇਰਾ ਇੱਕ ਹੈ ਕਿ ਜੋ ਢੀਂਡਸਾ ਜੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਮੌਤ ਤੋਂ ਬਾਅਦ ਕੁਝ ਗੱਲਾਂ ਪੱਤਰਕਾਰ ਦੇ ਨਾਲ ਕੀਤੀਆਂ ਨੇ, ਉਹ ਮੈਂ ਤੁਹਾਨੂੰ ਇੱਕ ਘਟਨਾ ਜਿਹੜੀ ਮੈਂ ਧਿਆਨ ਦੇ ਨਾਲ ਸੁਣੀ ਤੇ ਉਹਦੇ 'ਤੇ ਮੇਰੀ ਦਿਲਚਸਪੀ ਤਾਂ ਜਾਗ ਪਈ ਕਿਉਂਕਿ ਮੈਂ ਵੀ ਉੱਥੇ ਹਾਜ਼ਰ ਸਾਂ ਜਦੋਂ ਇਹ ਘਟਨਾਕ੍ਰਮ ਵਾਪਰਿਆ ਤੇ ਢੀਂਡਸਾ ਜੀ ਉਹਨੂੰ ਕਿੰਨਾ ਕੁਫਰ ਤੋਲ ਕੇ, ਝੂਠ ਬੋਲ ਕੇ ਉਹਨੂੰ ਹੋਰ ਤਰੀਕੇ ਪੇਸ਼ ਕਰ ਰਹੇ ਨੇ। ਸੱਚੀ ਡੁੱਬ ਮਰਨ ਵਾਲੀ ਗੱਲ ਹੈ ਕਿ ਇਹਨਾਂ ਲੋਕਾਂ ਨੂੰ ਰਾਈ ਮਾਤਰ ਵੀ ਸ਼ੰਗ ਸ਼ਰਮ ਨਹੀਂ ਹੈ, ਝੂਠ ਬੋਲਣ ਲੱਗੇ, ਕਿਉਂਕਿ ਇਹਨਾਂ ਨੇ ਤਾਂ ਆਪਣੀ ਗੱਦੀ ਸੰਭਾਲਣੀ ਹੈ, ਪੈਸਾ ਕਮਾਉਣਾ ਤੇ ਝੂਠ ਜਿੰਨਾ ਮਰਜ਼ੀ ਬਲਵਾ ਲਓ, ਧੋਖੇ ਮਰਜ਼ੀ ਦਵਾ ਲਓ, ਇਹਨਾਂ ਨੂੰ ਆਪਣੀ ਇੱਜ਼ਤ ਅਣਖ ਜਾਂ ਪੰਥ ਦਾ ਮਾਣ ਸਨਮਾਨ ਜਾਂ ਸਿੱਖੀ ਦਾ ਮਾਣ ਸਨਮਾਨ ਉਹਦੇ ਨਾਲ ਕੋਈ ਸਰੋਕਾਰ ਨਹੀਂ ਰਿਹਾ। ਗੱਲ ਇਹ ਸੀ, ਇਹ ਕਹਿ ਰਹੇ ਹੈ ਕਿ 1994 ਦੇ ਵਿੱਚ
ਪ੍ਰਕਾਸ਼ ਸਿੰਘ ਬਾਦਲ ਨੂੰ ਮੈਂ ਬਹੁਤ ਬੇਚੈਨ ਦੇਖਿਆ, ਇੱਕ ਵਾਰੀ ਬਹੁਤ ਜ਼ਿਆਦਾ ਬੇਚੈਨ ਦੇਖਿਆ। ਇਹ ਬਾਰ-ਬਾਰ ਇਹ ਗੱਲ ਕਹਿ ਰਹੇ ਹੈ, ਕਹਿੰਦੇ ਅਸੀਂ ਚੰਡੀਗੜ੍ਹ ਇਹਨਾਂ ਦੇ ਕੋਲੇ ਸੀ ਤੇ ਇਹਨਾਂ ਦੇ ਨਾਲ ਲੰਮੀਆਂ ਵਿਚਾਰਾਂ ਹੁੰਦੀਆਂ ਰਹੀਆਂ। ਗੱਲ ਇਹ ਸੀ ਕਿ ਅਕਾਲ ਤਖਤ ਦੇ ਜਥੇਦਾਰ ਨੇ, ਉਦੋਂ ਜਥੇਦਾਰ ਭਾਈ ਮਨਜੀਤ ਸਿੰਘ ਹੁੰਦਾ ਸੀ, ਜਿਹਨੂੰ ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਨੇ, ਤੇ ਜਥੇਦਾਰ ਮਨਜੀਤ ਸਿੰਘ ਨੇ ਹੁਕਮਨਾਮਾ ਜਾਰੀ ਕਰਤਾ ਕਿ ਸਾਰੇ ਅਕਾਲੀ ਦਲ ਆਪੋ ਆਪਣੇ ਅਕਾਲੀ ਦਲਾਂ ਨੂੰ ਭੰਗ ਕਰ ਦਿਓ, ਖਤਮ ਕਰ ਦਿਓ, ਇੱਕੋ ਸ਼੍ਰੋਮਣੀ ਅਕਾਲੀ ਦਲ ਬਣਾਉਣਾ ਹੈ ਤੇ ਬਾਕੀ ਜਿਹੜੇ ਅਕਾਲੀ ਦਲ ਦੇ ਨਾਮ ਤੇ ਛੋਟੇ-ਛੋਟੇ ਜਥੇ ਬਣੇ ਹੋਏ ਨੇ ਤੇ ਉਹ ਜਥੇ ਖਤਮ ਕਰ ਦਿਓ। ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਪਾਰਟੀ ਰਹੂਗੀ, ਬਾਕੀ ਪਾਰਟੀਆਂ ਅਕਾਲੀ ਦਲ ਦੇ ਨਾਮ ਤੇ ਕੋਈ ਵੀ ਨਹੀਂ ਬਣਾਊਗਾ। ਤੇ ਇਸ ਤਰ੍ਹਾਂ ਤੁਸੀਂ ਮੇਰੇ ਹੁਕਮ ਨੂੰ ਮੰਨ ਕੇ ਅੰਮ੍ਰਿਤਸਰ ਆਓ ਤੇ ਉੱਥੇ ਆਪਾਂ ਵਿਚਾਰ ਚਰਚਾ ਕਰਾਂਗੇ ਤੇ ਆਪਾਂ ਫਿਰ ਉੱਥੇ ਕੋਈ ਅਗਲਾ ਪ੍ਰੋਗਰਾਮ ਉਲੀਕਾਂਗੇ। ਢੀਂਡਸਾ ਜੀ ਦੱਸਦੇ ਨੇ ਕਿ ਮਈ ਜੂਨ ਦਾ ਮਹੀਨਾ ਸੀ। ਇੱਕ ਦਿਨ ਬਾਦਲ ਜੀ ਨੇ ਸਾਨੂੰ ਮੀਟਿੰਗ ਦੇ ਵਿੱਚ ਫਿਰ ਬੁਲਾਇਆ ਤੇ ਕਹਿਣ ਲੱਗੇ ਕਿ ਆਪਾਂ ਹੁਣ ਕੀ ਕਰੀਏ, ਜਿਹੜਾ ਅਕਾਲੀ ਦਲ ਹੈ ਭੰਗ ਕਰ ਦਈਏ ਤਾਂ ਫਿਰ ਆਪਣੀ ਇੱਜ਼ਤ ਨਹੀਂ ਰਹਿਣੀ ਹੈ, ਅਕਾਲੀ ਦਲ ਖੇਰੂ ਖੇਰੂ ਹੋ ਜਾਊਗਾ, ਤੇ ਫਿਰ ਜੇ ਅਕਾਲੀ ਦਲ ਭੰਗ ਨਾ ਕਰਿਆ ਤਾਂ ਜਥੇਦਾਰ ਦੇ ਗੁੱਸੇ ਦਾ ਆਪਾਂ ਨੇ ਸਾਹਮਣਾ ਕਰਨਾ ਪਊਗਾ, ਗੁੱਸੇ ਦਾ ਸ਼ਿਕਾਰ ਹੋਵਾਂਗੇ ਤੇ ਪੰਥ 'ਚੋਂ ਛੇਕੇ ਜਾ ਸਕਦੇ ਹਾਂ, ਕਰੀਏ ਤਾਂ ਕੀ ਕਰੀਏ। ਬਹੁਤ ਬੇਚੈਨ ਸੀ ਪ੍ਰਕਾਸ਼ ਸਿੰਘ ਬਾਦਲ। ਇਸ ਤਰ੍ਹਾਂ ਲੰਮੀਆਂ ਵਿਚਾਰਾਂ ਫਿਕਰਮੰਦੀਆਂ ਤੋਂ ਬਾਅਦ ਢੀਂਡਸਾ ਜੀ ਦੱਸਦੇ ਨੇ ਕਿ ਅਸੀਂ ਰਾਤ ਦੇ 11:30 ਵਜੇ ਬਾਦਲ ਸਾਹਿਬ ਦੇ ਘਰੋਂ ਆਪੋ ਆਪਣੇ ਘਰਾਂ ਨੂੰ ਚਲੇ ਗਏ ਵੀ ਕੋਈ ਨਹੀਂ, ਸਵੇਰੇ ਮਿਲਦੇ ਹਾਂ ਆਪਾਂ। ਤੇ ਕਹਿੰਦੇ ਰਾਤ ਨੂੰ 1 ਵਜੇ ਫਿਰ ਬਾਦਲ ਸਾਹਿਬ ਦਾ ਫੋਨ ਆ ਗਿਆ, ਉਹਦੇ ਬੰਦਾ ਲੈਣ ਵਾਸਤੇ ਸਾਨੂੰ ਆ ਗਿਆ ਵੀ ਬਾਦਲ ਸਾਹਿਬ ਬਹੁਤ ਬੇਚੈਨ ਨੇ, ਤੁਹਾਨੂੰ ਬੁਲਾਉਂਦੇ ਨੇ। ਅਸੀਂ ਉਹਨਾਂ ਦੇ ਖਾਸ ਨੇੜੇ ਦੇ ਬੰਦੇ ਫਿਰ ਬਾਦਲ ਜੀ ਕੋਲੇ ਰਾਤ ਨੂੰ ਚਲੇ ਗਏ ਤੇ ਫਿਰ ਵਿਚਾਰਾਂ ਹੋਈਆਂ। ਉਹ ਕਹਿਣ ਲੱਗਿਆ ਮੈਂ ਬਹੁਤ ਬੇਚੈਨ ਹਾਂ, ਮੇਰਾ ਨੀਂਦ ਨਹੀਂ ਆਉਂਦੀ। ਉਹਨਾਂ ਦੀ ਪਤਨੀ ਵੀ ਉੱਥੇ ਹੈ ਨਹੀਂ ਸੀ ਤੇ ਘਰ ਦਾ ਹੋਰ ਵੀ ਕੋਈ ਮੈਂਬਰ ਨਹੀਂ ਸੀ, ਬਾਦਲ ਸਾਹਿਬ ਇਕੱਲੇ ਸੀ। ਸਾਨੂੰ ਇਉਂ ਲੱਗਦਾ ਸੀ ਕਿ ਕਿੰਨੀ ਬੇਚੈਨੀ ਹੋਊਗੀ ਜਿਵੇਂ ਦੌਰਾ ਪੈਣ ਨੂੰ ਹੁੰਦਾ, ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੋਈ ਸੀ। ਬਹੁਤ ਲੰਮੇ ਸਮੇਂ ਤੱਕ ਅਸੀਂ ਉਹਨਾਂ ਨੂੰ ਧਰਵਾਸ ਦਿੰਦੇ ਰਹੇ, ਹੌਸਲਾ ਦਿੰਦੇ ਰਹੇ ਕਿ ਕੋਈ ਗੱਲ ਨਹੀਂ, ਅਕਾਲ ਤਖਤ ਹੈ, ਇਹ ਸਾਡਾ ਹੀ ਹੈ ਤੇ ਉੱਥੋਂ ਸਹੀ ਫੈਸਲੇ ਹੀ ਹੋਣਗੇ, ਤੁਸੀਂ ਘਬਰਾਓ ਨਾ, ਸਭ ਠੀਕ ਹੋਊਗਾ, ਮਹਾਰਾਜ ਆਪਣੇ ਨਾਲ ਹੈ। ਇਹੋ ਜਿਹੀਆਂ ਗੱਲਾਂ ਕਰਕੇ ਕਹਿੰਦੇ ਅਸੀਂ ਫਿਰ ਵਾਪਸ ਆਪੋ ਆਪਣੇ ਘਰਾਂ ਨੂੰ ਆ ਗਏ ਤੇ ਉੱਧਰੋਂ ਜਥੇਦਾਰ ਜੀ ਦਾ ਹੁਕਮਨਾਮਾ ਸੀ ਕਿ ਇਸ ਤਰੀਕ ਨੂੰ ਪਹੁੰਚੋ। ਜਦੋਂ ਬਾਦਲ ਸਾਹਿਬ ਨੇ ਵੀ ਜਾਣ ਦਾ ਇਰਾਦਾ ਧਾਰ ਲਿਆ, ਧਿਆਨ ਦੇਣਾ ਇਹ ਗੱਲ ਮੈਂ ਵਿਚਾਲੇ ਆਪਣੇ ਕੋਲੋਂ ਦੱਸ ਰਿਹਾ ਕਿ ਉਦੋਂ ਸੋਸ਼ਲ ਮੀਡੀਆ ਦਾ ਸਮਾਂ ਨਹੀਂ ਸੀ, ਏਡੀ ਛੇਤੀ ਲੋਕਾਂ ਨੂੰ ਪਤਾ ਕਿਵੇਂ ਲੱਗ ਗਿਆ, ਜਿਵੇਂ ਕਿ ਢੀਂਡਸਾ ਜੀ ਕਹਿ ਰਹੇ ਨੇ ਕਿ ਜਦੋਂ ਬਾਦਲ ਸਾਹਿਬ ਨੇ ਐਲਾਨ ਕਰ ਦਿੱਤਾ ਅੰਮ੍ਰਿਤਸਰ ਅਕਾਲ ਤਖਤ 'ਤੇ ਜਾਣ ਦਾ, ਪੇਸ਼ ਆਉਣ ਦਾ, ਤਾਂ ਲੋਕਾਂ ਦੀਆਂ ਹੇੜਾਂ ਦੀਆਂ ਹੇੜਾਂ, ਭੀੜਾਂ ਦੀਆਂ ਭੀੜਾਂ, ਟਰੱਕਾਂ ਦੇ ਟਰੱਕ ਭਰ ਕੇ ਉੱਧਰ ਨੂੰ ਲੋਕਾਂ ਦੇ ਬਾਦਲ ਸਾਹਿਬ ਦੀ ਹਮਾਇਤ ਦੇ ਵਿੱਚ ਜਾਣ ਲੱਗ ਪਏ। ਤੇ ਮੈਂ ਦੱਸਣਾ ਚਾਹਾਂ, ਕੌੜਾ ਸੱਚ ਇਹ ਹੈ ਕਿ ਬਾਦਲ ਨੇ ਕਿੰਨਾ ਸਮਾਂ ਪਹਿਲਾਂ ਉਹਨਾਂ ਭੀੜਾਂ ਦਾ ਪ੍ਰਬੰਧ ਕੀਤਾ ਸੀ ਤੇ ਢੀਂਡਸਾ ਜੀ ਝੂਠ ਬੋਲ ਰਹੇ ਨੇ ਕਿ ਭੀੜਾਂ ਆਪੇ ਤੁਰ ਪਈਆਂ। ਖੈਰ, ਉੱਥੇ ਘੱਟੋ ਘੱਟ 50,000 ਬੰਦਾ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਾ ਪਹੁੰਚਿਆ। ਪੂਰੀ ਤਰ੍ਹਾਂ ਕੜਮਾਸ ਮਚਿਆ ਹੋਇਆ। ਇਹ ਗੱਲਾਂ ਸਾਰੀਆਂ ਵੀ ਮੈਂ ਤਾਂ ਵਿਸ਼ਵਾਸ ਨਾਲ ਦੱਸ ਰਿਹਾ ਕਿਉਂਕਿ ਮੈਂ ਉਦੋਂ ਅਕਾਲ ਤਖਤ ਦੇ ਸੇਵਾਦਾਰ ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ ਬਤੌਰ ਪੀਏ ਉੱਥੇ ਹਾਜ਼ਰ ਸੀ। ਆਪ ਇਹਨਾਂ ਸਾਰੇ ਘਟਨਾਕ੍ਰਮ ਨੂੰ ਅੱਖੀਂ ਦੇਖ ਰਿਹਾ ਸੀ ਤੇ ਨੋਟ ਕਰ ਰਿਹਾ ਸੀ। ਉਸ ਤੋਂ ਬਾਅਦ ਬਾਦਲ ਵੀ ਪਹੁੰਚ ਗਿਆ ਤੇ ਇਹਦੀ ਪਾਰਟੀ ਸਮੇਤ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਅਤੇ ਹੋਰ ਜਿਹੜੇ ਇਹਨਾਂ ਦੇ ਮੋਹਰੀ ਬੰਦੇ ਸੀ, ਉਹ ਮਨਜੀਤ ਸਿੰਘ ਦੇ ਨਾਲ ਅਕਾਲ ਤਖਤ ਦਫ਼ਤਰ ਦੇ ਵਿੱਚ ਗੱਲਬਾਤ ਕਰਨ ਵਾਸਤੇ ਪਹੁੰਚ ਗਏ ਤੇ ਬਾਕੀ ਸਾਰੀ ਭੀੜ ਬਾਹਰ ਨਾਅਰੇ ਵੀ ਲਾ ਰਹੀ ਹੈ, ਜਕਾਰੇ ਵੀ ਛੱਡ ਰਹੀ ਹੈ ਤੇ ਸਾਰੀ ਪਰਿਕਰਮਾ ਭਰੀ ਹੋਈ ਹੈ ਜਿਵੇਂ ਕੋਈ ਬੰਦਿਆਂ ਦਾ ਹੜ੍ਹ ਆਇਆ ਪਿਆ। ਤੇ ਉੱਧਰੋਂ ਸਿਕਿਉਰਿਟੀ ਵਾਲੇ, ਪੁਲਿਸ ਵਾਲੇ ਸਿਵਲ ਕੱਪੜਿਆਂ 'ਚ ਥਾਂ ਥਾਈਂ ਕੰਟਰੋਲ ਕਰਨ ਦਾ ਯਤਨ ਕਰ ਰਹੇ ਨੇ। ਇਹਨਾਂ ਦੀ ਲੰਮੇ ਸਮੇਂ ਤੱਕ ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ ਵਿਚਾਰ ਚਰਚਾ ਹੁੰਦੀ ਰਹੀ। ਉਹ ਕਹਿੰਦਾ ਰਿਹਾ ਕਿ ਤੁਸੀਂ ਆਪਣੇ ਅਕਾਲੀ ਦਲ ਨੂੰ ਖਤਮ ਕਰ ਦਿਓ ਤੇ ਇੱਕੋ ਅਕਾਲੀ ਦਲ ਹੋਵੇਗਾ। ਪ੍ਰਧਾਨ ਕੌਣ ਹੋਵੇਗਾ, ਕੌਣ ਨਹੀਂ ਹੋਵੇਗਾ, ਇਹ ਬਾਅਦ ਦੀਆਂ ਗੱਲਾਂ ਨੇ, ਪਰ ਅਕਾਲੀ ਦਲ ਖਤਮ ਕਰਨ ਦਾ ਤੁਸੀਂ ਐਲਾਨ ਕਰ ਦਿਓ। ਖੁਦ ਸੁਖਦੇਵ ਸਿੰਘ ਢੀਂਡਸੇ ਨੇ ਅਪਮਾਨਜਨਕ ਸ਼ਬਦ ਅਕਾਲ ਤਖਤ ਦੇ ਜਥੇਦਾਰ ਦੇ ਵਿਰੁੱਧ ਬੋਲੇ, ਭੂੰਦੜ ਵਰਗਿਆਂ ਨੇ ਬੋਲੇ ਤੇ ਹੋਰਨਾਂ ਨੇ
ਅਪਮਾਨਜਨਕ ਸ਼ਬਦ ਬੋਲੇ ਤੇ ਜਦੋਂ ਜਥੇਦਾਰ ਨੇ ਸਖਤੀ ਦੇ ਨਾਲ ਇਹ ਕਿਹਾ ਕਿ ਮੈਂ ਫਿਰ ਤੁਹਾਨੂੰ ਹੁਕਮਨਾਮਾ ਜਾਰੀ ਕਰ ਦਿਆਂਗਾ ਕਿ ਤੁਸੀਂ ਪੰਥ ਦੇ ਵਿੱਚ ਫੁੱਟ ਪਾ ਰਹੇ ਹੋ ਤੇ ਅਕਾਲ ਤਖਤ ਦਾ ਹੁਕਮ ਨਹੀਂ ਮੰਨ ਰਹੇ ਤੇ ਪੰਥ ਚੋਂ ਛੇਕਣ ਦਾ ਮੈਂ ਹੁਕਮਨਾਮਾ ਜਾਰੀ ਕਰਾਂਗਾ, ਤਾਂ ਇਹਦੇ ਬੰਦਿਆਂ ਨੇ, ਬਾਦਲ ਦੇ ਬੰਦਿਆਂ ਨੇ ਤੁਰੰਤ ਉਹਨੂੰ ਗਾਲੀ ਗਲੋਚ ਕੀਤੀ, ਮੰਦੇ ਭੱਦੇ ਸ਼ਬਦ ਵਰਤੇ, ਅਸ਼ਲੀਲ ਗਾਲਾਂ ਕੱਢੀਆਂ ਗਈਆਂ ਤੇ ਧੱਕੇ ਮਾਰੇ ਗਏ। ਤੇ ਜਦੋਂ ਦੇਖਿਆ ਮਨਜੀਤ ਸਿੰਘ ਨੇ ਕਿ ਮੇਰੀ ਜਾਨ ਨੂੰ ਖਤਰਾ ਹੈ, ਉਹ ਭੱਜ ਕੇ ਜਾ ਕੇ ਬਾਥਰੂਮ ਦੇ ਵਿੱਚ ਲੁਕ ਗਿਆ, ਅੰਦਰੋਂ ਕੁੰਡੀ ਲਾ ਲਈ ਤੇ ਉਹਦੀ ਪੱਗ ਲੱਥ ਗਈ, ਉਹਦੇ ਗਲਾਵਾਂ ਦੇ ਬਟਨ ਟੁੱਟ ਗਏ ਤੇ ਪੁਲਿਸ ਵਾਲੇ ਆ ਗਏ ਤੇ ਉਹ ਬਾਥਰੂਮ ਦੇ ਅੱਗੇ ਖਲੋ ਕੇ ਉਹਦੀ ਸੁਰੱਖਿਆ ਕੀਤੀ ਤੇ ਨਾਲ ਪੁਲਿਸ ਵਾਲਿਆਂ ਨੇ ਕਿਹਾ ਕਿ ਤੁਸੀਂ ਇੱਥੇ ਗੁੰਡਾਗਰਦੀ ਨਾ ਕਰੋ, ਨਹੀਂ ਤੇ ਸਾਨੂੰ ਗੋਲੀ ਚਲਾਉਣੀ ਪਊਗੀ, ਚਲੇ ਜਾਓ ਇੱਥੋਂ, ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ। ਤੇ ਮਨਜੀਤ ਸਿੰਘ ਦੇ ਬਾਡੀਗਾਰਡ ਅਤੇ ਜਿਹੜੇ ਹੋਰ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਮਨਜੀਤ ਸਿੰਘ ਦੀ ਜਾਨ ਬਚਾਈ ਤੇ ਇਹਨਾਂ ਨੂੰ ਹੌਲੀ ਹੌਲੀ ਸਾਰਿਆਂ ਨੂੰ ਬਾਹਰ ਕੱਢਿਆ ਤੇ ਬਾਦਲ ਨੇ ਤੇ ਢੀਂਡਸੇ ਦੇ ਸਾਹਮਣੇ ਮਨਜੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਦੀ ਜੋ ਦੁਰਗਤ ਕੀਤੀ, ਜੋ ਉਹਨੂੰ ਬਾਥਰੂਮ 'ਚ ਵੜ ਕੇ ਆਪਣੀ ਜਾਨ ਬਚਾਉਣੀ ਪਈ, ਇਹ ਇੱਕ ਮੇਰੇ ਸਾਹਮਣੇ ਸਭ ਤੋਂ ਕਮੀਣਾ, ਸਭ ਤੋਂ ਭੱਦਾ ਕੰਮ ਇਹਨਾਂ ਲੋਕਾਂ ਨੇ ਕੀਤਾ ਸੀ। ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਇਹ ਸਾਰਾ ਕੰਮ। ਉਸ ਤੋਂ ਬਾਅਦ ਇਹ ਤਾਂ ਹੌਲੀ ਹੌਲੀ ਚਲੇ ਗਏ। ਬਾਦਲ ਨੇ ਕਹਿ ਦਿੱਤਾ ਕਿ ਮੈਂ ਆਪਣਾ ਅਕਾਲੀ ਦਲ ਭੰਗ ਨਹੀਂ ਕਰਾਂਗਾ ਤੇ ਇਹਨੇ ਆਪਣਾ ਬਾਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਨਾਮ ਧਰ ਲਿਆ। ਜਿਹੜਾ ਉੱਥੇ ਸਾਂਝਾ ਅਕਾਲੀ ਦਲ ਬਣਾਇਆ ਗਿਆ ਉਹਦਾ ਨਾਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਧਰ ਲਿਆ ਗਿਆ। ਤੇ ਇਸ ਤਰ੍ਹਾਂ ਇਹ ਤਾਂ ਪਾਰਟੀਆਂ ਚਲੀਆਂ ਗਈਆਂ ਵਾਪਸ ਤੇ ਭਾਈ ਮਨਜੀਤ ਸਿੰਘ ਬਾਹਰ ਨਿਕਲਿਆ। ਪੱਤਰਕਾਰਾਂ ਨੇ ਪੁੱਛਿਆ ਕਿ ਦੱਸੋ ਜੀ ਹੁਣ ਤੁਸੀਂ ਇਹਦੇ ਵਿਰੁੱਧ ਕੀ ਕਾਰਵਾਈ ਕਰੋਗੇ, ਤੁਹਾਡਾ ਹੁਕਮ ਨਹੀਂ ਮੰਨਿਆ ਬਾਦਲ ਨੇ ਤੇ ਉਹਦੇ ਬੰਦਿਆਂ ਨੇ। ਮਨਜੀਤ ਸਿੰਘ ਨੇ ਬਿਲਕੁਲ ਲੇਲੇ ਵਾਂਗੂ ਮਮਿਆ ਕੇ ਇਹ ਸ਼ਬਦ ਬੋਲੇ, ਹੁਣ ਤੇ ਸੱਚੇ ਪਾਤਸ਼ਾਹ ਆਪ ਹੀ ਫੈਸਲਾ ਕਰੇਗਾ, ਪਾਪੀਆਂ ਨੂੰ ਗੁਰੂ ਮਹਾਰਾਜ ਆਪ ਹੀ ਸਜ਼ਾ ਦੇਣਗੇ, ਇਹ ਨਿਮਾਣਾ ਸੇਵਕ ਹੁਣ ਕੋਈ ਕਾਰਵਾਈ ਨਹੀਂ ਕਰੇਗਾ, ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹੀ ਸਾਰਾ ਕੁਝ ਛੱਡ ਰਿਹਾ ਤੇ ਉਹ ਆਪ ਹੀ ਪਾਪੀਆਂ ਨੂੰ ਸਜ਼ਾ ਦੇਵੇਗਾ। ਮਨਜੀਤ ਸਿੰਘ ਦੀ ਇੰਨੀ ਹਿੰਮਤ ਨਾ ਪਈ ਕਿ ਬਾਦਲ ਦੇ ਵਿਰੁੱਧ ਜਾਂ ਜਿਹੜੇ ਹੜਦੰਗ ਮਚਾਉਣ ਵਾਲੇ ਬੰਦੇ ਸੀ ਇਹਨਾਂ ਦੇ ਵਿਰੁੱਧ ਕੋਈ ਹੁਕਮਨਾਮਾ ਜਾਰੀ ਕਰ ਦਿਆ। ਤੇ ਇੱਥੇ ਢੀਂਡਸੇ ਨੇ ਜਿਹੜਾ ਬਿਲਕੁਲ ਕੋਰਾ ਝੂਠ ਬੋਲਿਆ, ਉਹ ਇਹ ਬੋਲਿਆ ਕਿ ਮਨਜੀਤ ਸਿੰਘ ਨੇ ਇਹਨੂੰ ਬਰੀ ਕਰ ਦਿੱਤਾ, ਬਾਦਲ ਨੂੰ ਬਰੀ ਕਰ ਦਿੱਤਾ। ਇਹ ਗੱਲ ਢੀਂਡਸਾ ਜੀ ਨੇ ਬਿਲਕੁਲ ਨਹੀਂ ਦੱਸੀ ਕਿ ਅਸੀਂ ਮਨਜੀਤ ਸਿੰਘ ਦੇ ਗਲਾਮੇ 'ਚ ਹੱਥ ਪਾਇਆ, ਉਹਦੀ ਪੱਗ ਲਾਈ, ਉਹਨੂੰ ਭੱਜ ਕੇ ਬਾਥਰੂਮ 'ਚ ਵੜ ਕੇ ਆਪਣੀ ਅੰਦਰੋਂ ਕੁੰਡੀ ਲਾ ਕੇ ਜਾਨ ਬਚਾਉਣੀ ਪਈ। ਤਾਂ ਡਰਦੇ ਮਾਰੇ ਮਨਜੀਤ ਸਿੰਘ ਨੇ ਫਿਰ ਬਾਦਲ ਦੇ ਵਿਰੁੱਧ ਹੁਕਮਨਾਮਾ ਜਾਰੀ ਨਹੀਂ ਕੀਤਾ। ਇਹ ਸੱਚ ਸੁਖਦੇਵ ਸਿੰਘ ਢੀਂਡਸਾ ਜੀ ਨੇ ਨਹੀਂ ਦੱਸਿਆ, ਇਹੋ ਹੀ ਕਹਿੰਦਾ ਰਿਹਾ। ਕਹਿੰਦਾ ਫਿਰ ਜਥੇਦਾਰ ਜੀ ਨੇ ਬਾਦਲ ਨੂੰ ਪੂਰੀ ਤਰ੍ਹਾਂ ਮਾਫ ਕਰ ਦਿੱਤਾ ਤੇ ਅਸੀਂ ਮਹਿਸੂਸ ਕਰ ਲਿਆ ਕਿ ਸੱਚੇ ਪਾਤਸ਼ਾਹ ਸਾਡੇ ਨਾਲ ਹੀ ਹੈ, ਇਹੋ ਜਿਹੇ ਸਨ ਬਾਦਲ ਜੀ, ਆਖੋ ਸਤਨਾਮ। ਇਹ ਲੋਕ ਨੇ ਜਿਹੜੇ ਅੰਮ੍ਰਿਤਧਾਰੀ ਹੋ ਕੇ, ਦਾੜੀ ਕੇਸਾਂ ਵਾਲੇ ਹੋ ਕੇ, ਕਿਰਪਾਨਾਂ ਧਾਰਨ ਕਰਕੇ, ਅਕਾਲੀ ਦਲ ਦੇ ਵੱਡੇ ਅਹੁਦੇਦਾਰ ਹੋ ਕੇ, ਅਕਾਲ ਦੇ ਨਾਂ ਤੇ, ਧਰਮ ਦੇ ਨਾਂ ਤੇ ਰਾਜ ਗੱਦੀਆਂ ਤੇ ਬੈਠੇ ਹੋਏ ਲੰਮੇ ਸਮੇਂ ਤੱਕ ਇਹੋ ਜਿਹੇ ਕੁਫਰ ਤੋਲਦੇ ਰਹੇ ਨੇ। ਇੱਕ ਗੱਲ ਕਹਿ ਕੇ ਮੈਂ ਸਮਾਪਤ ਕਰਾਂਗਾ, ਇਹ ਉਹੀ ਸੁਖਦੇਵ ਸਿੰਘ ਢੀਂਡਸਾ ਜੀ ਨੇ ਜਿਨ੍ਹਾਂ ਨੇ ਮਸਤੂਆਣੇ ਵਾਲੀ ਜਿਹੜੀ ਟਰਸਟ ਬਣਿਆ ਹੋਇਆ ਉਹਦੀ ਕਿੰਨੇ ਸਾਰੀ ਜ਼ਮੀਨ ਦਾ ਰੌਲਾ ਰੱਪਾ ਚੱਲਦਾ ਰਿਹਾ ਤੇ ਕੁਝ ਕਬਜ਼ਾ ਇਹਨੇ ਕੀਤਾ ਹੋਇਆ, ਕੁਝ ਟਰਸਟ ਕੋਲੇ ਹੈ ਤੇ ਉਹ ਜ਼ਮੀਨ ਦੇ ਉੱਤੇ ਵੀ ਬਹੁਤੀ ਇਨਕਮ ਸੁਖਦੇਵ ਸਿੰਘ ਢੀਂਡਸਾ ਜੀ ਖਾਂਦੇ ਰਹੇ ਨੇ। ਅਗਲੀ, ਸੁਖਦੇਵ ਸਿੰਘ ਢੀਂਡਸਾ ਜੀ ਆਪ ਖੁਦ ਜਿਹਨੂੰ ਕਿ ਕਿਹਾ ਜਾਂਦਾ ਅੱਜ ਤੱਕ KPS ਗਿੱਲ, ਜਿਹਨੇ ਕਿਹਾ ਜਾਂਦਾ ਕਿ ਸਿੱਖ ਨੌਜਵਾਨ ਮੁੰਡਿਆਂ ਨੂੰ ਝੂਠੇ ਮੁਕਾਬਲੇ ਬਣਾ ਕੇ ਕਤਲ ਕੀਤਾ, ਉਹਨਾਂ ਦੀਆਂ ਲਾਸ਼ਾਂ ਨੂੰ ਦਰਿਆਵਾਂ 'ਚ ਸੁੱਟਿਆ ਤੇ ਕਿੰਨੇ ਘਰੋਂ ਚੁੱਕ ਕੇ ਮੁੰਡੇ ਗਾਇਬ ਕਰ ਦਿੱਤੇ ਗਏ। ਉਸ ਜ਼ਾਲਮ KPS ਗਿੱਲ ਨੂੰ ਸੁਖਦੇਵ ਸਿੰਘ ਢੀਂਡਸਾ ਨੇ ਮਸਤੂਆਣੇ ਬੁਲਾ ਕੇ ਇਹਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ। KPS ਗਿੱਲ ਨੂੰ ਸੁਖਦੇਵ ਸਿੰਘ ਢੀਂਡਸਾ ਨੇ ਸਰੋਪਾ ਦੇ ਕੇ ਸਨਮਾਨਿਤ ਕੀਤਾ, ਜਿਹੜਾ ਕਿ ਸਿੱਖਾਂ ਦਾ ਕਾਤਲ ਕਿਹਾ ਜਾਂਦਾ ਉਹਨੂੰ ਸਨਮਾਨਿਤ ਕੀਤਾ। ਤੇ ਸੁਖਦੇਵ ਸਿੰਘ ਢੀਂਡਸਾ ਜੀ ਸਾਡੇ ਲੀਡਰ ਨੇ
ਤੇ ਅੱਜ ਤੱਕ ਸੱਚ ਬੋਲਣ ਦੀ ਹਿੰਮਤ ਨਹੀਂ ਕਰਦੇ। ਅੱਜ ਵੀ ਉਸੇ ਤਰ੍ਹਾਂ ਕੋਰਾ ਝੂਠ ਬੋਲ ਰਹੇ ਨੇ। ਜਿਹੜਾ ਕੰਮ ਸਾਰੀ ਉਮਰ ਕੀਤੀ ਹੈ ਉਹ ਜਿਹੇ ਕੰਮ ਅਜੇ ਵੀ ਛੱਡ ਨਹੀਂ ਸਕੇ। ਇਹਨਾਂ ਦੇ ਹੱਡਾਂ 'ਚ ਬਹਿ ਗਏ, ਇਹਨਾਂ ਦੇ ਖੂਨ 'ਚ ਬਹਿ ਗਏ ਨੇ। ਤੇ ਬਚ ਜਾਓ, ਜੇ ਬਚ ਸਕਦੇ ਹੋ ਆਪਣੇ ਆਪ ਨੂੰ ਬਚਾ ਸਕਦੇ ਹੋ। ਬਹੁਤ ਸਾਡਾ ਨੁਕਸਾਨ ਇਹਨਾਂ ਝੂਠੇ ਲੀਡਰਾਂ ਨੇ, ਪੰਥ ਦਾ ਖੂਨ ਪੀਣ ਵਾਲੇ ਲੀਡਰਾਂ ਨੇ ਨੁਕਸਾਨ ਬਹੁਤ ਕਰ ਦਿੱਤਾ। ਇਹ ਤੇ ਸ਼ੁਕਰ ਹੈ ਕਿ ਇਸ ਵਕਤ ਲੋਕਾਂ ਨੇ ਇੱਕ ਅਦਿੱਖ ਸ਼ਕਤੀ ਦੀ ਅੰਦਰ ਭਾਵਨਾ ਜਿਹੜੀ ਪੈਦਾ ਹੋ ਗਈ, ਮੰਨ ਲਈਏ ਕਿ ਇਸ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਚੋਣਾਂ ਦੇ ਵਿੱਚ ਹਰਾ ਦਿੱਤਾ ਤੇ ਸ਼੍ਰੋਮਣੀ ਕਮੇਟੀ ਵੀ, ਅਕਾਲੀ ਦਲ ਵੀ ਲੋਕਾਂ ਦੀਆਂ ਨਜ਼ਰਾਂ 'ਚੋਂ ਗਿਰ ਗਿਆ। ਤੇ ਫਿਰ ਭਾਵੇਂ ਸਿੱਖ ਥੋੜ੍ਹੇ ਬਹੁਤੇ ਬਚ ਜਾਣ, ਜੇ ਇਸ ਤਰ੍ਹਾਂ ਆਪਣੇ ਆਪ ਨੂੰ ਬਚਾਉਂਦੇ ਰਹੇ ਇਹਨਾਂ ਲੋਕਾਂ ਤੋਂ, ਨਹੀਂ ਤਾਂ ਬੜੇ ਲੰਮੇ ਸਮੇਂ ਤੋਂ ਇਹਨਾਂ ਨੇ ਸਾਨੂੰ ਬਰਬਾਦ ਹੀ ਬਰਬਾਦ ਕੀਤਾ ਤੇ ਬਚਾਉਣ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ। ਸਾਰੇ ਸਾਡੇ ਅਦਾਰੇ ਗਰਕ ਗਏ, ਬਹੁਤ ਨੀਵੇਂ ਪੱਧਰ ਤੇ ਚਲੇ ਗਏ। ਜੇ ਗਿਣਤੀਆਂ ਕਰਾਉਣ ਲੱਗੀਏ ਤਾਂ ਬਹੁਤ ਲੰਮਾ ਸਮਾਂ ਇਹਨਾਂ ਚੀਜ਼ਾਂ ਦੀ ਗਿਣਤੀ ਤੇ ਲੱਗੇਗਾ। ਕਿਤਾਬਾਂ ਬਹੁਤ ਲਿਖੀਆਂ ਜਾ ਚੁੱਕੀਆਂ ਨੇ ਤੇ ਹੋਰ ਲਿਖੀਆਂ ਜਾਣਗੀਆਂ। ਤੇ ਇਸ ਤਰ੍ਹਾਂ ਦਾ ਮੈਟਰ ਹੈ ਜਿਹੜਾ ਇਹਨਾਂ ਨੇ ਜੋ ਕਮਾਇਆ ਉਹ ਸਾਰਾ ਕੁਝ ਸਾਡੇ ਸਾਹਮਣੇ ਅੱਜ ਆ ਜਾਣਾ ਚਾਹੀਦਾ। ਆਪਾਂ ਜੇ ਸਟੱਡੀ ਕਰਾਂਗੇ, ਪੜ੍ਹਾਂਗੇ, ਸਿਆਣੇ ਬਣਾਂਗੇ, ਇਹਨਾਂ ਗੱਲਾਂ ਦਾ ਤਾਂ ਪਤਾ ਲੱਗਣਾ, ਨਹੀਂ ਤੇ ਪਤਾ ਨਹੀਂ ਲੱਗਣਾ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।